आओ लड़ीवार गुरबाणी पाठ संथ्या विचार दे नाल जुड़ना करिए। पावन अंक 359 तो शब्द नंबर 36 तो अज की आरंभता है जी। फतेह प्रवान करो। वाहिगुरू जी का खालसा वाहिगुरू जी की फतेह। आसा महला पहला। कीता होवै करे कराया, तिस क्या कहिए पाई। जो किछ करना सो कर रहया, कीते क्या चतुराई। सतगुरु जी आखन लगे, कीता होवै करे कराया, तिस क्या कहिए भाई। हे भाई, जीव दे की वस है, कि इहदी ताकत है कि ਇਹ ਆਪਣੀ ਮਰਜ਼ੀ ਕਰ ਲਏ। ਜੀਵ ਉਹੀ ਕੁਝ ਕਰਦਾ ਹੈ ਜੋ ਮਾਲਕ ਉਹਦੇ ਤੋਂ ਕਰਾਉਂਦਾ ਹੈ। ਭਾਵ ਜੋ ਮਾਲਕ ਦਾ ਪੈਦਾ ਕੀਤਾ ਹੋਇਆ ਨਾ, ਕੀਤਾ ਹੋਵੇ, ਜਿਹੜਾ ਮਾਲਕ ਦਾ ਪੈਦਾ ਕੀਤਾ ਜੀਵ ਹੈ, ਕਰੇ ਕਰਾਇਆ, ਜੋ ਉਹ ਕਰਦਾ ਹੈ, ਜੋ ਉਹ ਕਰਾਉਂਦਾ ਹੈ, ਉਹੀ ਇਹ ਕਰਦਾ ਹੈ। ਕਿਆ ਕਹੀਏ, ਤਿਸ ਕਿਆ ਕਹੀਏ, ਕਹਿੰਦੇ ਇਹਨੂੰ ਕੀ ਆਖੀਏ। ਜੋ ਕਰਦਾ ਉਹੀ ਕਰਾਉਂਦਾ, ਜੋ ਕਰਾਉਂਦਾ ਉਹੀ ਕਰਦਾ ਹੈ। ਜੋ ਕਿਛ ਕਰਨਾ ਸੋ ਕਰ ਰਹਿਆ, ਕੀਤੇ ਕਿਆ ਚਤੁਰਾਈ। ਆਖਣ ਲੱਗੇ, ਜੀਵ ਦੀ ਕੋਈ ਸਿਆਣਪ ਚਤੁਰਾਈ ਜਿਹੜੀ ਕੰਮ ਨਹੀਂ ਆਉਂਦੀ। ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ ਸੋ ਕਰ ਰਹਿਆ, ਉਹ ਉਹੀ ਕੁਝ ਕਰ ਰਿਹਾ ਹੈ। ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾਕੋ ਮਿਲੈ ਵਡਾਈ। ਸਾਚੇ ਨਾਮ ਸਮਾਵੈ ਰਹਾਉ। हे प्रभु, तेरा हुक्म भला तुध भावे। ਜਿਹੜਾ ਜੀਵ ਤੈਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ। ਤੇਰਾ ਹੁਕਮ ਮਿੱਠਾ ਲੱਗਣ, ਭਲਾ ਲੱਗਣ, ਚੰਗਾ ਲੱਗਣ ਲੱਗ ਪੈਂਦਾ ਹੈ। ਨਾਨਕ ਤਾਕੋ ਮਿਲੇ ਵਡਾਈ, ਸਾਚੇ ਨਾਮ ਸਮਾਵੈ। ਹੈ ਨਾਨਕ, ਮਾਲਕ ਦੇ ਦਰ ਤੋਂ ਉਸ ਜੀਵ ਨੂੰ ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਜੋ ਉਸ ਦੀ ਰਜ਼ਾ ਵਿੱਚ ਰਹਿ ਕੇ ਉਸ ਦੇ ਸੱਚੇ ਨਾਮ ਵਿੱਚ ਸਦਾ ਹੀ ਸਮਾਇਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ, ਲੀਨ ਰਹਿੰਦਾ ਹੈ। ਰਹਾਉ। ਕਿਰਤ ਪਿਆ ਪਰਵਾਣਾ ਲਿਖਿਆ, ਬਾਹੁੜ ਹੁਕਮ ਨਾ ਹੋਈ। ਜੈਸਾ ਲਿਖਿਆ ਤੈਸਾ ਪੜਿਆ, ਮੇਟ ਨ ਸਕੈ ਕੋਈ। ਆਖਣ ਲੱਗੇ, ਕਿਰਤ ਪਿਆ ਭਾਵ ਕੀਤਾ ਹੋਇਆ ਕਰਮ ਜਿਹੜਾ ਹੈ। ਕਹਿਣ ਲੱਗੇ, ਸਾਡੇ ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਉੱਤੇ ਉਕਰਿਆ ਹੋਇਆ, ਭਾਵ ਜੋ ਅਸੀਂ ਅੱਜ ਤੋਂ ਪਹਿਲਾਂ ਕੀਤਾ ਹੈ, ਇਸ ਸਮੇਂ ਦੇ ਵਿੱਚ ਅੱਜ ਤੋਂ ਪਹਿਲਾਂ ਜੋ ਵੀ ਕੀਤਾ, ਉਹ ਸਾਡੇ ਉਵੇਂ ਉਵੇਂ ਕਰਮ, ਉਵੇਂ ਉਵੇਂ ਸੰਸਕਾਰ ਬਣਦੇ ਗਏ। ਐਵੇਂ ਆਪਾਂ ਕਈ ਵਾਰ ਸਾਂਝਾ ਕੀਤਾ ਹੈ ਨਾ, ਮਨੁੱਖ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਆਦਤ ਬਣ ਜਾਂਦੀ ਹੈ, ਜਿਵੇਂ ਬੋਲੀ ਦੀ ਆਦਤ। ਹੁਣ ਸਾਨੂੰ ਸਾਡੀ ਆਦਤ, ਸਾਡਾ ਸੁਭਾਅ ਕੀ ਹੈ, ਅਸੀਂ ਪੰਜਾਬੀ ਹੀ ਬੋਲਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਸਿੱਖੀ ਹੋਈ ਹੈ, ਉਹ ਸਾਡਾ ਕਰਮ ਬਣ ਗਿਆ। ਹੁਣ ਅਸੀਂ ਇਹੀ ਕਰਮ ਕਰਦੇ ਹਾਂ। ਜਾਂ ਕਿਸੇ ਵਿਸ਼ੇਸ਼ ਭੋਜਨ ਖਾਂਦੇ, ਅਸੀਂ ਕਹਿੰਦੇ ਕਿ ਅਸੀਂ ਆਹ ਹੀ ਖਾਣਾ, ਮੈਨੂੰ ਹੋਰ ਖਾ ਕੇ ਮੇਰੀ ਭੁੱਖ ਨਹੀਂ ਮਿਟਦੀ, ਉਹ ਮੇਰਾ ਕਰਮ ਬਣ ਗਿਆ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਕਰਮ ਜਿਹੜੇ ਅਸੀਂ ਕਰਦੇ ਹਾਂ, ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਉਹ ਕਰਮ ਬਣ ਜਾਂਦੇ ਹੈ। ਉਹੀ ਉਹਦੇ ਸੰਸਕਾਰ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਉਕਰੇ ਜਾਂਦੇ ਹੈ, ਸਾਡੇ ਉਹੀ ਅੱਗੇ ਆਉਂਦੇ ਹੈ। ਉਸ ਦੇ ਅਨੁਸਾਰ ਸਾਡੀ ਜੀਵਨ ਰਾਹਦਾਰੀ ਫਿਰ ਲਿਖੀ ਜਾਂਦੀ ਹੈ, ਭਾਵ ਕਿ ਉਹੀ ਫਿਰ ਲਿਖਿਆ ਜਾਂਦਾ। ਜਿਵੇਂ ਜੋ ਅਸੀਂ ਕਰਦੇ ਹਾਂ, ਜੈਸਾ ਬੀਜੈ ਸੋ ਲਾਉਣੇ ਵਾਲੇ, ਕਿ ਜਿਹੋ ਜਿਹਾ ਅਸੀਂ ਬੀਜਦੇ ਜਾਂਦੇ ਹਾਂ, ਜਿਹੋ ਜਿਹਾ ਅਸੀਂ ਕਰਦੇ ਜਾਂਦੇ ਹਾਂ, ਉਵੇਂ ਅਗਾਂਹ ਵਾਲੇ ਸਮੇਂ ਵਾਸਤੇ ਉਹ ਲੇਖ ਬਣਦੇ ਜਾਂਦੇ ਹੈ। ਇਸ ਦੇ ਉਲਟ ਹੋਰ ਕੋਈ ਜ਼ੋਰ ਹੁਕਮ ਨਹੀਂ ਚੱਲ ਸਕਦਾ। ਜੈਸਾ ਲਿਖਿਆ ਤੈਸਾ ਪੜ੍ਹਿਆ, ਮੇਟ ਨਾ ਸਕੈ
ਕੋਈ ਆਖਣ ਲੱਗੇ ਫਿਰ ਜਿਹੋ ਜਿਹਾ ਉਹ ਜੀਵਨ ਲੇਖ ਲਿਖਿਆ ਪਿਆ ਹੈ, ਜਿਹੋ ਜੇ ਪਹਿਲਾਂ ਕਰਮ ਕੀਤੇ ਹੈ ਉਸ ਦੇ ਅਨੁਸਾਰ ਆਉਣ ਵਾਲਾ ਸਮਾਂ ਫਿਰ ਉਗੜਦਾ ਹੈ, ਪ੍ਰਗਟ ਹੁੰਦਾ ਹੈ। ਕੋਈ ਉਹਨਾਂ ਲੀਹਾਂ ਨੂੰ ਮਿਟਾ ਨਹੀਂ ਸਕਦਾ, ਉਹਨਾਂ ਕਰਮਾਂ ਨੂੰ ਮਿਟਾ ਨਹੀਂ ਸਕਦਾ ਕਿ ਜੇ ਪਹਿਲਾਂ ਕਿਸੇ ਨੇ ਮਾੜਾ ਕੀਤਾ ਹੈ, ਆਉਣ ਵਾਲੇ ਸਮੇਂ ਦੇ ਅੰਦਰ ਉਹਦੇ ਨਾਲ ਮਾੜਾ ਵੀ ਹੋਵੇਗਾ। ਭਾਵ ਕਹਿਣ ਦਾ ਭਾਵ ਉਹਦੇ ਅੱਗੇ ਵੀ ਉਹ ਸਮਾਂ ਆਏਗਾ, ਭਾਵੇਂ ਆਤਮਿਕ ਤੌਰ 'ਤੇ ਆਏ ਭਾਵੇਂ ਦੁਨਿਆਵੀ ਤੌਰ 'ਤੇ ਆਏ। ਜੇ ਕਿਸ ਨੇ ਚੰਗਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਉਹਦਾ ਸਹਾਈ ਹੋਵੇਗਾ। ਉਹ ਆਤਮਿਕ ਤੌਰ 'ਤੇ ਹੋ ਸਕਦਾ ਹੈ, ਦੁਨਿਆਵੀ ਦੀ ਦੁਨੀਆ ਦੇ ਵਿੱਚ ਪ੍ਰਗਟ ਤੌਰ 'ਤੇ ਵੀ ਹੁੰਦਾ ਹੈ। ਆਖਣ ਲੱਗੇ ਕਿ ਇਹ ਮਿਟਾ ਨਹੀਂ ਸਕਦਾ। ਜਿਹੜੇ ਕਰਮ ਇੱਕ ਵਾਰ ਬੀਜ ਲਏ ਉਹ ਪ੍ਰਗਟ ਹੋਣੇ ਹੋਣੇ, ਚੰਗੇ ਬੀਜੇ ਤੇ ਚੰਗੇ ਪ੍ਰਗਟ ਹੋਣਗੇ, ਮਾੜੇ ਬੀਜੇ ਤੇ ਮਾੜੇ ਪ੍ਰਗਟ ਹੋਣਗੇ। ਕਹਿਣ ਲੱਗੇ ਉਸ ਨੂੰ ਮਿਟਾਉਣ ਦਾ ਇੱਕੋ ਇੱਕ ਤਰੀਕਾ ਹੈ, ਰਜ਼ਾ ਵਿੱਚ ਤੁਰ ਕੇ ਸਿਫਤ ਸਲਾਹ ਕਰਨੀ, ਪਰ ਉਹ ਕੋਈ ਮਿਟਾ ਨਹੀਂ ਸਕਦਾ। ਕੋਈ ਆਪਣੇ ਤੌਰ ਤਰੀਕੇ ਨਾਲ ਕਹੇ ਮਿਟਾ ਲਈਏ, ਪਰ ਕਹਿੰਦੇ ਕਿ ਇਹ ਸਾਰੇ ਕਰਮਾਂ ਦਾ ਲੇਖਾ ਜੋਖਾ ਜੇ ਮਿਟਾਉਣਾ ਹੋਵੇ ਤੇ ਮਾਲਕ ਦੇ ਭਾਣੇ ਵਿੱਚ ਤੁਰਨਾ ਚਾਹੀਦਾ ਹੈ, ਉਹਦੀ ਰਜ਼ਾ ਵਿੱਚ ਹੋ ਜਾਈਏ ਤੇ ਕਰਮਾਂ ਦਾ ਲੇਖਾ ਜੋਖਾ ਨਿਬੜ ਜਾਂਦਾ ਹੈ। ਭਾਵ ਕਿ ਹਮੇਸ਼ਾ ਜਦੋਂ ਜਿਹੜਾ ਹੋ ਹੀ ਉਹਦੀ ਰਜ਼ਾ ਵਿੱਚ ਗਿਆ, ਉਹਦੇ ਕਰਮਾਂ ਦਾ ਲੇਖਾ ਕਾਹਦਾ ਰਹਿ ਗਿਆ? ਕਿਉਂਕਿ ਲੇਖ ਤਾਂ ਉਹ ਲਿਖੇ ਜਾਂਦੇ ਹੈ ਜਿਹੜੀ ਉਹਦੀ ਰਜ਼ਾ ਤੋਂ ਬਾਹਰੀ ਜੀਵਨ ਜਿਉਂਦੇ, ਉਹ ਕਰਮ ਗਿਣੇ ਜਾਂਦੇ ਹੈ। ਬਾਕੀ ਤਾਂ ਉਹਦੀ ਜਿਹੜੀ ਰਜ਼ਾ ਵਿੱਚ ਨੇ, ਫਿਰ ਉਹ ਤੇ ਜੋ ਤੁਧ ਭਾਵੈ ਸਾਈ ਭਲੀ ਕਾਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਰਜ਼ਾ ਵਿੱਚ ਚੱਲਣਾ ਹੀ ਤੇ ਸਾਡਾ ਜੀਵਨ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀ, ਇਹੀ ਤੇ ਸਾਡਾ ਕਰਮ ਹੈ। ਜਦੋਂ ਉਹਦੀ ਰਜ਼ਾ ਵਿੱਚ ਹੋ ਗਏ ਫਿਰ ਆ ਜੈਸਾ ਲਿਖਿਆ ਤੈਸਾ ਪੜ੍ਹਿਆ ਵਾਲਾ ਕਾਰਜ ਦੀ ਜ਼ਰੂਰਤ ਨਹੀਂ ਰਹਿੰਦੀ। ਭਾਵ ਕਿ ਫਿਰ ਨਾ ਕੋਈ ਸੰਸਕਾਰ ਰਹਿ ਜਾਂਦਾ, ਨਾ ਕੋਈ ਲੇਖ, ਨਾ ਕੋਈ ਜਨਮ ਜਨਮਾਂਤਰ ਰਹਿ ਜਾਂਦਾ ਹੈ। ਜੇ ਕੋ ਦਰਗਾ ਬਹੁਤਾ ਬੋਲੇ ਨਾਉ ਪਵੈ ਬਾਜ਼ਾਰੀ, ਸ਼ਤਰੰਜ ਬਾਜੀ ਪੱਕੈ ਨਾਹੀ ਕੱਚੀ ਆਵੈ ਸਾਰੀ। ਆਖਣ ਲੱਗੇ ਜੇ ਕੋ ਦਰਗਾ ਬਹੁਤਾ ਬੋਲੇ ਨਾਉ ਪਵੈ ਬਾਜ਼ਾਰੀ। ਬਾਜ਼ਾਰੀ ਭਾਵ ਜਿਹੜਾ ਬੜਾ ਬੜਬੋਲਾ ਹੁੰਦਾ ਹੈ, ਬੜਾ ਉਖੜ ਵੈੜਾ ਬੋਲਦਾ ਹੈ, ਜਿਹੜਾ ਕਦੇ ਸਿੱਧਾ ਬੋਲਦਾ ਹੀ ਨਹੀਂ। ਕਹਿੰਦੇ ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ, ਕਿ ਆਪਣੇ ਪਹਿਲਾਂ ਜਿਹੜੇ ਕਰਮ ਕੀਤੇ ਆ ਬਾਅਦ 'ਚ ਇਤਰਾਜ਼ ਕਰੀ ਜਾਏ ਕਿ ਮੈਂ ਤੇ ਇੱਦਾਂ ਕੀਤਾ ਹੀ ਨਹੀਂ, ਜਾਂ ਮੇਰੇ ਨਾਲ ਆਹ ਕਿਉਂ ਹੋ ਰਿਹਾ, ਇਤਿਆਦਿਕ ਕਈ ਕੁਝ ਕਹੀ ਜਾਏ। ਆਖਣ ਲੱਗੇ ਹੁਕਮ ਅਨੁਸਾਰ ਤੁਰਨ ਦੀ ਜਾਚ ਨਾ ਸਿੱਖੇ, ਕਿ ਅੱਗੋਂ ਜਿਹੜਾ ਹੈ ਕੀ ਹੈ ਕਿ ਜੋ ਉਹਦੀ ਰਜ਼ਾ ਉਹਨੂੰ ਮੰਨਣ ਦੀ ਬਜਾਏ ਇਤਰਾਜ਼ ਕਰੇ ਕਿ ਮੈਂ ਇੰਜ ਨਹੀਂ, ਮੇਰੇ ਨਾਲ ਐ ਕਿਉਂ ਹੋ ਰਿਹਾ, ਕਈ ਤਰ੍ਹਾਂ ਦੀਆਂ। ਕਹਿੰਦੇ ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ ਉਸ ਦਾ ਨਾਮ ਬਾਜ਼ਾਰੀ ਪੈ ਜਾਂਦਾ, ਬੜਬੋਲਾ ਪੈ ਜਾਂਦਾ। ਉਹ ਸਦਾ ਦੋਸ਼ ਹੀ ਦਿੰਦਾ ਰਹਿੰਦਾ ਹੈ, ਸਦਾ ਇਤਰਾਜ਼ ਹੀ ਕਰਦਾ ਰਹਿੰਦਾ ਹੈ। ਭਾਣੇ ਵਿੱਚ ਤੁਰਨ ਦੀ ਜਗ੍ਹਾ 'ਤੇ ਉਹ ਸਗੋਂ ਅੱਗੋਂ ਬੜਬੋਲਾ ਹੋ ਜਾਂਦਾ ਹੈ। ਇਸ ਤਰ੍ਹਾਂ ਉਹਦਾ ਜੀਵਨ ਵੀ ਸੰਵਰਦਾ ਨਹੀਂ, ਸੋਹਣਾ ਨਹੀਂ ਬਣਦਾ। ਸਮਾਂ ਚੰਗਾ ਹੈ ਮਾੜਾ ਹੈ, ਜੇ ਉਹਦੇ ਭਾਣੇ ਵਿੱਚ ਰਹਿਣ ਦੀ ਜਾਚ ਆ ਜਾਏ ਤੇ ਫਿਰ ਸਭ ਕੁਝ ਆਪਣੇ ਆਪ ਠੀਕ ਹੋ ਜਾਂਦਾ ਹੈ। ਸ਼ਤਰੰਜ ਬਾਜੀ ਪੱਕੈ ਨਾਹੀ ਕੱਚੀ ਆਵੈ ਸਾਰੀ। ਸਾਰੀ ਭਾਵੋ ਨਰਦਾਂ ਜਿਹੜੀਆਂ ਨੇ ਹੁੰਦੀਆਂ ਨੇ ਸੁੱਟੀਆਂ ਜਾਂਦੀਆਂ। ਕਹਿਣ ਲੱਗੇ ਜੀਵਨ ਦੀ ਬਾਜੀ ਸ਼ਤਰੰਜ ਚੌਪੜ ਦੀ ਬਾਜੀ ਵਰਗੀ ਹੈ, ਅਤੇ ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜੀ ਜਿੱਤੀ ਨਹੀਂ ਜਾ ਸਕੇਗੀ। ਕਿ ਉਹ ਇੱਕ ਰਜ਼ਾ ਹੈ ਉਹਦੀ, ਜਿਵੇਂ ਸ਼ਤਰੰਜ ਦੀ ਬਾਜੀ ਵਰਗੀ, ਕਿ ਜੇ ਉਹਦੇ ਉਲਟ ਚੱਲਾਂਗੇ ਤੇ ਉਹ ਸ਼ਤਰੰਜ ਵਾਲੀ ਬਾਜੀ ਵੀ ਕਦੇ ਕੋਈ ਖੇਡ ਹੁੰਦੀ ਉਹ ਜਿੱਤੀ ਨਹੀਂ ਜਾ ਸਕਦੀ। ਇਵੇਂ ਕਹਿੰਦੇ ਜ਼ਿੰਦਗੀ ਦੀ ਬਾਜੀ ਵੀ ਹੈ ਨਾ ਜਿਹੜੀ, ਉਹ ਸ਼ਤਰੰਜ ਵਰਗੀ ਹੈ, ਕਿ ਜੇ ਮਾਲਕ ਦੀ ਰਜ਼ਾ ਦੇ ਉਲਟ ਤੁਰਾਂਗੇ, ਉਲਟ ਚੱਲਾਂਗੇ ਤੇ ਇਹ ਜਿੱਤੀ ਨਹੀਂ ਜਾ ਸਕਦੀ। ਆਖਣ ਲੱਗੇ ਨਰਦਾਂ ਕੱਚੀਆਂ ਹੀ ਰਹਿੰਦੀਆਂ, ਕਦੇ ਪੁੱਗਦੀਆਂ ਨਹੀਂ। ਪੁੱਗਦੀਆਂ ਸਿਰਫ ਉਹੀ ਨੇ ਜੋ ਪੁੱਗਣ ਵਾਲੇ ਘਰ ਵਿੱਚ ਜਾ ਪਹੁੰਚਦੀਆਂ ਨੇ। ਭਾਵ ਜੋ ਸੇਫ ਜ਼ੋਨ ਵਿੱਚ ਪਹੁੰਚ ਜਾਂਦੀਆਂ ਨੇ ਉਹੀ ਪੁੱਗਦੀਆਂ ਨੇ, ਉਹੀ ਪੱਕਦੀਆਂ ਨੇ। ਨਹੀਂ ਤੇ ਨਰਦਾਂ ਜਿਹੜੀਆਂ ਉਹ ਖੇਡਣ ਵਾਲੀਆਂ ਵਿੱਚ ਹੁੰਦੀਆਂ ਉਹ ਕੱਚੀਆਂ ਹੀ ਰਹਿੰਦੀਆਂ ਹਨ। ਨਾ ਕੋ ਪੜਿਆ ਪੰਡਿਤ ਬੀਨਾ, ਨਾ ਕੋ ਮੂਰਖ ਮੰਦਾ।
ਬੰਦੇ ਅੰਦਰ ਸਿਫਤ ਕਰਾਏ, ਤਾਕੋ ਕਹੀਐ ਬੰਦਾ। ਨਾ ਕੋ ਪੜ੍ਹਿਆ ਪੰਡਿਤ ਬੀਨਾ, ਨਾ ਕੋ ਮੂਰਖ ਮੰਦਾ। ਬੀਨਾ ਭਾਵ ਸਿਆਣਾ। ਕਹਿੰਦੇ ਇਸ ਰਸਤੇ ਵਿੱਚ ਨਾ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ, ਨਾ ਕੋਈ ਗਿਆਨੀ ਸਿਆਣਾ ਕਿਹਾ ਜਾ ਸਕਦਾ ਹੈ, ਨਾ ਕੋਈ ਜਿਹੜਾ ਹੈ ਅਨਪੜ੍ਹ ਮੂਰਖ ਭੈੜਾ ਮੰਨਿਆ ਜਾ ਸਕਦਾ ਹੈ। ਕਿਸੇ ਨੂੰ ਕੁਝ ਨਹੀਂ ਆਖਿਆ ਜਾ ਸਕਦਾ। ਅਤੇ ਜੀਵਨ ਦੇ ਸਹੀ ਰਸਤੇ ਵਿੱਚ ਨਾ ਨਿਰੀ ਵਿਦਵਤਾ ਵਿੱਚ ਸਫਲਤਾ ਦਾ ਵਸੀਲਾ ਹੈ ਤੇ ਨਾ ਹੀ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ। ਕਹਿਣ ਦਾ ਭਾਵ ਇਹਦਾ ਪੜ੍ਹ ਲੈਣ ਨਾਲ, ਪੜ੍ਹੇ ਲਿਖੇ ਹੋਣਾ ਤੇ ਨਾ ਪੜ੍ਹੇ ਲਿਖੇ ਹੋਣ ਨਾਲ ਮਾਲਕ ਦੇ ਦਰ ਤੇ ਪ੍ਰਵਾਨਗੀ ਦਾ ਸੰਬੰਧ ਨਹੀਂ ਹੈ। ਅਸਲ ਵਿੱਚ ਰਜ਼ਾ ਵਿੱਚ ਤੁਰਨ ਵਾਲਾ ਉੱਥੇ ਸਫਲ ਹੈ। ਉੱਥੇ ਤੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਵਾਲੀ ਗੱਲ ਹੈ ਕਿ ਜਿਹੜਾ ਪੜ੍ਹਿਆ ਜੇ ਉਹਨੇ ਮਾਲਕ ਦਾ ਭਾਣਾ ਰਜ਼ਾ ਮੰਨ ਲਈ ਤੇ ਉਹ ਵੀ ਪ੍ਰਵਾਨ ਹੈ। ਜੇ ਕੋਈ ਨਹੀਂ ਪੜ੍ਹਿਆ, ਕਿਸੇ ਨੂੰ ਕੁਝ ਵੀ ਨਹੀਂ ਆਉਂਦਾ, ਜੇ ਉਹਨੇ ਵੀ ਮਾਲਕ ਦੀ ਰਜ਼ਾ ਮਾਲਕ ਦੇ ਭਾਣੇ ਨੂੰ ਮੰਨ ਲਿਆ ਤੇ ਮਾਲਕ ਦੇ ਦਰ ਤੇ ਉਹ ਵੀ ਪ੍ਰਵਾਨ, ਉਹ ਵੀ ਵੱਡੇ ਭਾਗਾਂ ਵਾਲਾ, ਉਹ ਵੀ ਚੰਗੇ ਭਾਗਾਂ ਵਾਲਾ। ਇੱਥੇ ਨਾ ਵਿਦਵਤਾ ਦੀ ਗੱਲ ਹੈ, ਨਾ ਅਨਪੜ੍ਹਤਾ ਦੀ ਗੱਲ ਹੈ। ਬੰਦੀ ਅੰਦਰ ਸਿਫਤ ਕਰਾਏ। ਬੰਦੀ ਤੋਂ ਭਾਵ ਰਜ਼ਾ ਵਿੱਚ ਰੱਖਣਾ, ਰਜ਼ਾ ਵਿੱਚ ਰਹਿਣਾ, ਬੰਦੀ ਕਰਕੇ। ਕਹਿੰਦਾ ਭਾਵ ਆਖਣ ਲੱਗੇ ਕਿ ਉਹੀ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿੱਚ ਰੱਖ ਕੇ ਉਸ ਕੋਲੋਂ ਆਪਣੀ ਸਿਫਤ ਸਲਾਹ ਕਰਾਉਂਦਾ ਹੈ ਕਿ ਅਸਲ ਬੰਦਾ ਉਹੀ ਹੈ ਜਿਹੜਾ ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ। ਮਾਲਕ ਜਿਹਨੂੰ ਆਪਣੀ ਰਜ਼ਾ ਵਿੱਚ ਰੱਖਦਾ ਹੈ, ਜਿਹਨੂੰ ਮਾਲਕ ਦੀ ਰਜ਼ਾ ਵਿੱਚ ਰਹਿਣ ਦੀ ਆਦਤ ਬਣ ਜਾਂਦੀ ਹੈ। ਆਸਾ ਮਹਿਲਾ ਪਹਿਲਾ। ਗੁਰ ਕਾ ਸ਼ਬਦ ਮਨਹਿ ਮੈਂ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਮੁੰਦਰਾਂ ਇੱਥੇ ਹੁਣ ਜੇ ਆਪਾਂ ਜੋਗੀਆਂ ਦਾ ਵੇਸ ਭੇਸ ਵੇਖੀਏ ਤੇ ਸਾਨੂੰ ਇਹ ਸਹਿਜੇ ਸਮਝ ਆ ਜਾਣਾ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਬਹੁਤੀ ਵਿਦਵਤਾ ਰੱਖਣ ਵਾਲੇ ਜੋਗੀ ਵੀ ਬੜੇ ਸੀ, ਇਹ ਅਤਿਆਦਕ ਵੀ ਬੜੇ ਸਨ। ਇਸ ਕਰਕੇ ਉਹਨਾਂ ਨੇ ਜਿਹੜਾ ਹੈ ਇਹ ਸਾਰਾ ਭੇਸ ਧਾਰਨ ਕੀਤਾ ਹੁੰਦਾ ਸੀ। ਗੁਰੂ ਨਾਨਕ ਸਾਹਿਬ ਦੀ ਬਹੁਤ ਸਾਰੀ ਬਾਣੀ ਹੈ ਜਿਹੜੀ ਉਹ ਜੋਗੀਆਂ ਦੇ ਪ੍ਰਥਾਏ ਵੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਹੁਤ ਸਾਰੀ ਬਾਣੀ ਵੀ ਇਸੇ ਤਰ੍ਹਾਂ ਜੋਗੀਆਂ ਦੇ ਨਾਲ ਵੀ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਇਹਨਾਂ ਨੇ ਪ੍ਰਚਾਰਕ ਫੇਰੀਆਂ ਜਿਹੜੀਆਂ ਉਦਾਸੀ ਯਾਤਰਾਵਾਂ ਉਹ ਕੀਤੀਆਂ ਨੇ। ਇਸ ਕਰਕੇ ਬਹੁਤੇ ਥਾਵਾਂ 'ਤੇ ਜਿਹੜੇ ਹੈ ਧਾਰਮਿਕ ਸਥਾਨਾਂ 'ਤੇ ਜੋਗੀ ਆਦਿ ਉਹ ਮਿਲਦੇ ਸਨ। ਇਹ ਨਹੀਂ ਕਿ ਬਾਕੀ ਹਿੰਦੂ ਧਰਮ ਸਥਾਨਾਂ ਦੇ ਵੀ, ਇਸਲਾਮ ਦੇ ਧਰਮ ਸਥਾਨਾਂ ਦੇ ਵੀ, ਪਰ ਨਾਲ ਉਦੋਂ ਜੋਗੀ ਵੀ ਬਹੁਤ ਸਨ। ਜੋਗੀਆਂ ਦਾ ਵੀ ਬੜਾ ਬੋਲਬਾਲਾ ਸੀ ਸਮਾਜ ਵਿੱਚ। ਇਸ ਕਰਕੇ ਉਹਨਾਂ ਦੇ ਨਾਲ ਵੀ ਇਹ ਜਿਹੜੀ ਹੈ ਗੱਲ ਹੁੰਦੀ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਜੀਵਨ ਦਾ ਸਹੀ ਰਸਤਾ ਉਹ ਲੋਕਾਈ ਨੂੰ ਦੱਸਦੇ ਸਨ। ਗੁਰ ਕਾ ਸ਼ਬਦ ਮਨਹਿ ਮੈਂ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਨਾਸਕੀ ਉਚਾਰਨ ਹੋਵੇਗਾ। ਹੇ ਜੋਗੀ, ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿੱਚ ਟਿਕਾਇਆ ਹੋਇਆ ਹੈ। ਇਹ ਹਨ ਮੁੰਦਰਾਂ, ਕਿਉਂਕਿ ਜੋਗੀ ਉਦੋਂ ਹੀ ਗਿਣਿਆ ਜਾਂਦਾ ਹੈ ਬਾਹਰੀ ਤੌਰ 'ਤੇ ਜਦੋਂ ਕੰਨਾਂ ਦੇ ਵਿੱਚੋਂ ਉਹ ਕੱਚ ਦੀਆਂ ਮੁੰਦਰਾਂ ਪਾਈਆਂ ਹੁੰਦੀਆਂ ਉਹਨਾਂ ਨੇ। ਤੇ ਗੁਰੂ ਸਾਹਿਬ ਜੀ ਆਖਣ ਲੱਗੇ ਮੇਰੇ ਵਾਸਤੇ ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿੱਚ ਪੱਕਾ ਟਿਕਾਇਆ ਹੋਇਆ ਹੈ। ਮੇਰੇ ਵਾਸਤੇ ਇਹੀ ਹੈ ਮੁੰਦਰਾਂ, ਮੇਰੇ ਵਾਸਤੇ ਮੁੰਦਰਾਂ ਇਹੀ ਹੈ ਜੋ ਮੈਂ ਕੰਨਾਂ ਵਿੱਚ ਨਹੀਂ ਆਪਣੇ ਮਨ ਵਿੱਚ ਪਾਈਆਂ ਹੋਈਆਂ ਨੇ। ਮੈਂ ਖਿਮਾ ਦਾ ਸੁਭਾਅ ਪਕਾ ਰਿਹਾ ਇਹ ਮੈਂ ਗੋਦੜੀ ਪਹਿਨਦਾ ਹਾਂ। ਉਹ ਪਹਿਨੀ ਹੁੰਦੀ ਗੋਦੜੀ ਇੱਕ ਉਹਨਾਂ ਨੇ। ਆਖਣ ਲੱਗੇ ਕਿ ਮੈਂ ਖਿਮਾ ਕਰਨ ਦਾ ਸੁਭਾਅ ਜਿਹੜਾ ਹੈ, ਖਿਮਾ ਦਾ ਸੁਭਾਅ, ਨਿਮਰਤਾ ਦਾ ਸੁਭਾਅ ਜਿਹੜਾ ਮੈਂ ਉਹ ਪਕਾ ਰਿਹਾ, ਪੱਕਾ ਕਰ ਰਿਹਾ, ਇਹ ਮੈਂ ਆਪਣੇ ਜੀਵਨ ਵਿੱਚ ਗੋਦੜੀ ਪਹਿਨੀ ਹੋਈ ਹੈ। ਜੋ ਕਿਛ ਕਰੈ ਭਲਾ ਕਰ ਮਾਨੋ,
ਸਹਿਜ ਜੋਗ ਨਿਧ ਪਾਵੋ। ਆਖਣ ਲੱਗੇ ਜੋ ਕੁਝ ਪਰਮਾਤਮਾ ਕਰਦਾ ਹੈ ਮੈਂ ਉਸ ਨੂੰ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ। ਭਾਵ ਜੋ ਕੁਝ ਹੋ ਰਿਹਾ ਮੈਂ ਭਲਾਈ ਮੰਨਦਾ ਕਿ ਮਾਲਕ ਚੰਗਾ ਹੀ ਕਰਦਾ ਜੋ ਕਰਦਾ ਹੈ। ਇਸ ਕਰਕੇ ਇਸ ਤਰ੍ਹਾਂ ਮੇਰਾ ਮਨ ਡੋਲਣੋਂ ਜਿਹੜਾ ਹੈ ਉਹ ਬਚਿਆ ਰਹਿੰਦਾ, ਸਹਿਜ ਦੇ ਵਿੱਚ ਆ ਜਾਂਦਾ। ਜਦੋਂ ਸਹਿਜ ਵਿੱਚ ਜਿਹੜਾ ਹੋ ਜਾਂਦਾ ਉਹ ਕਦੇ ਡੋਲਦਾ ਨਹੀਂ। ਇਸ ਕਰਕੇ ਕਹਿੰਦੇ ਮੈਂ ਡੋਲਣੋਂ, ਮੇਰਾ ਮਨ ਜਿਹੜਾ ਡੋਲਣੋਂ ਬਚਿਆ ਰਹਿੰਦਾ। ਇਹ ਹੈ ਯੋਗ ਸਾਧਨਾ ਦਾ ਖਜ਼ਾਨਾ ਜੋ ਮੈਂ ਇਕੱਠਾ ਕੀਤਾ ਹੋਇਆ ਹੈ ਤੇ ਇਕੱਠਾ ਕਰ ਰਿਹਾ ਹਾਂ। ਯੋਗ ਦੇ ਕਈ ਸਾਧਨ ਹੁੰਦੇ ਆ ਨਾ, ਪ੍ਰਾਣਾਯਾਮ ਕਰਨੇ, ਹੋਰ ਯੋਗ ਆਸਨ ਕਰਨੇ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਜਪ ਤਪ ਕਰਨੇ ਕਿ ਮਨ ਟਿਕ ਜਾਏ, ਮਨ ਡੋਲੇ ਨਾ, ਮਨ ਕਾਬੂ ਦੇ ਵਿੱਚ ਆ ਜਾਏ। ਤੇ ਸਤਿਗੁਰੂ ਜੀ ਆਖਣ ਲੱਗੇ ਮੇਰੇ ਵਾਸਤੇ ਆਹੀ ਸਾਰਾ ਕੁਝ, ਗੁਰੂ ਦਾ ਸ਼ਬਦ ਹੀ ਸਾਰਾ ਕੁਝ ਹੈ। ਇਹੀ ਮੈਂ ਜਿਹੜੇ ਹੈ ਉਹ ਯੋਗ ਕਰਕੇ, ਇਹੀ ਜਿਹੜਾ ਹੈ ਮੈਂ ਮਨ ਦੇ ਨਾਲ ਹੀ ਇਹ ਸਾਰੀਆਂ ਰਸਮਾਂ ਨੇ ਜਿਹੜੀਆਂ, ਜਾਂ ਜਿਹੜੇ ਮਨ ਦੇ ਨਾਲ ਹੀ ਮੈਂ ਇਸ ਮਰਿਆਦਾ ਨੂੰ ਇਕੱਠਾ, ਜਿਹੜਾ ਮੈਂ ਮਰਿਆਦਾ ਰੂਪ ਖਜ਼ਾਨਾ ਇਕੱਠਾ ਕਰ ਰਿਹਾ ਹਾਂ। ਬਾਬਾ ਜੁਗਤਾ ਜੀਓ ਜੁਗਹਾਂ ਜੁਗ ਜੋਗੀ, ਪਰਮ ਤੰਤ ਮੈਂ ਜੋਗੰ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਰਹਾਉ ਬਾਬਾ ਜੁਗਤਾ ਜੀਓ ਜੁਗਹਾਂ ਜੁਗ ਜੋਗੀ, ਪਰਮ ਤੰਤ ਮੈਂ ਜੋਗ। ਜੁਗਤਾ ਭਾਵ ਜੁੜਿਆ ਹੋਇਆ, ਜੁਗਹਾਂ ਜੁਗ, ਜੁਗਾਂ ਜੁਗਾਂ ਤੱਕ, ਲੰਬੇ ਸਮੇਂ ਤੱਕ, ਸਦਾ ਦੇ ਲਈ। ਪਰਮ ਤੰਤ ਭਾਵ ਪਰਮ ਤੱਤ ਪਰਮਾਤਮਾ। ਆਖਣ ਲੱਗੇ ਜੋਗੰ ਤੋਂ ਭਾਵ, ਜੋਗ ਦਾ ਭਾਵ ਮਿਲਾਪ, ਜੋਗ ਹੋ ਜਾਣਾ, ਜੋੜ ਬਣ ਜਾਣਾ, ਮਿਲਾਪ ਹੋ ਜਾਣਾ। ਹੇ ਭਾਈ, ਹੇ ਬਾਬਾ, ਜਿਸ ਮਨੁੱਖ ਦੇ ਦਾ ਪਰਮੇਸ਼ਰ ਦੇ ਮਾਲਕ ਦੇ ਚਰਨਾਂ ਵਿੱਚ ਜੋੜ ਹੋ ਗਿਆ ਉਹੀ ਜੁੜਿਆ ਹੋਇਆ ਹੈ, ਉਹੀ ਅਸਲ ਜੁਗਤਾ ਹੈ, ਅਸਲ ਜੋਗੀ ਹੈ, ਜਿਸ ਦੀ ਸਮਾਧੀ ਸਦਾ ਮਾਲਕ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਮਨ ਜਿਹੜਾ ਮਾਲਕ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਆਖਣ ਲੱਗੇ ਜਿਸ ਮਨੁੱਖ ਨੇ ਮਾਇਆ ਰਹਿਤ ਪ੍ਰਮਾਤਮਾ ਦਾ ਅਟਲ ਆਤਮਿਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ, ਅੰਮ੍ਰਿਤ ਨਾਮ ਪ੍ਰਾਪਤ ਕਰ ਲਿਆ ਹੈ, ਆਖਣ ਲੱਗੇ ਉਹ ਪ੍ਰਮਾਤਮਾ ਨਾਲ ਡੂੰਘੀ ਜਾਣ ਪਛਾਣ ਦੇ ਆਤਮਿਕ ਆਨੰਦ ਦੇ ਆਪਣੇ ਹਿਰਦੇ ਵਿੱਚ ਸਦਾ ਆਨੰਦ ਫਿਰ ਮਾਣਦਾ ਹੈ ਕਿ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਜੋਗੀ ਇਹ ਆਖਦੇ ਆ ਦਸਮ ਦੁਆਰਾ ਖੁੱਲ੍ਹਦਾ ਹੈ। ਤੇ ਇੱਥੇ ਸਤਿਗੁਰੂ ਜੀ ਆਖਦੇ ਕਿ ਜਿਨ੍ਹਾਂ ਨੇ ਰੱਬ ਦਾ ਨਾਮ ਪ੍ਰਾਪਤ ਕਰ ਲਿਆ, ਅੰਮ੍ਰਿਤ ਨਾਮ ਜਿਹੜਾ ਕਦੇ ਖਤਮ ਹੋਣ ਵਾਲਾ ਹੀ ਨਹੀਂ, ਆਖਣ ਲੱਗੇ ਉਹਨਾਂ ਦੇ ਲਈ ਸਦਾ ਹੀ ਆਨੰਦ ਬਣ ਗਿਆ, ਸਦਾ ਦੇ ਲਈ ਉਹਨਾਂ ਦੇ ਜੀਵਨ ਦੇ ਵਿੱਚ, ਹਿਰਦੇ ਦੇ ਵਿੱਚ ਇਹ ਫਿਰ ਖੇੜਾ ਬਣਿਆ ਰਹਿੰਦਾ ਹੈ। ਰਹਾਉ ਸ਼ਿਵ ਨਗਰੀ ਮਹਿ ਆਸਣ ਬੈਸੋਂ, ਕਲਪ ਤਿਆਗੀ ਬਾਦੰ। ਸਿੰਘੀ ਸ਼ਬਦ ਸਦਾ ਤੁਨ ਸੋ ਹੈ, ਅਹਨਿਸ ਪੂਰੈ ਨਾਦੰ। ਸ਼ਿਵ ਨਗਰੀ ਮੈਂ ਆਸਨ ਬੈਸੋਂ, ਕਲਪ ਤਿਆਗੀ ਬਾਦੰ। ਸ਼ਿਵ ਭਾਵ ਪਰਮਾਤਮਾ, ਅਕਾਲ ਪੁਰਖ। ਗੁਰਬਾਣੀ ਦੇ ਵਿੱਚ ਲਗਭਗ ਬਹੁਤੀ ਵਾਰ, ਜ਼ਿਆਦਾ ਵਾਰ ਸ਼ਿਵ ਦਾ ਅਰਥ ਜਿਹੜਾ ਹੈ ਉਹ ਪਰਮਾਤਮਾ ਹੀ ਹੈ। ਜ਼ਿਆਦਾ ਵਾਰ, ਸਾਰੇ ਵਾਰ ਨਹੀਂ, ਜ਼ਿਆਦਾ ਵਾਰ। ਹੇ ਜੋਗੀ, ਮੈਂ ਵੀ ਆਸਣ 'ਤੇ ਬੈਠਦਾ ਹਾਂ। ਮੈਂ ਮਨ ਦੀਆਂ ਕਲਪਨਾ ਅਤੇ ਦੁਨੀਆ ਵਾਲੇ ਝਗੜੇ ਝਮੇਲੇ ਆ ਜਿਹੜੇ, ਉਹ ਸਾਰੇ ਛੱਡ ਕੇ ਮਾਲਕ ਦੇ, ਪ੍ਰਭੂ ਦੇ ਦੇਸ਼ ਵਿੱਚ, ਮਾਲਕ ਦੇ ਚਰਨਾਂ ਵਿੱਚ ਟਿਕ ਕੇ ਬੈਠਦਾ ਹਾਂ। ਇਹ ਹੈ ਮੇਰਾ ਆਸਣ ਉੱਤੇ ਬੈਠਣਾ। ਹੁਣ ਇੱਕ ਖਾਸ ਆਸਣ ਕਰਕੇ ਉੱਥੇ ਮਨ ਨੂੰ ਟਿਕਾਉਣ ਦਾ ਜਿਹੜਾ ਹੈ ਉਹ ਯਤਨ ਕਰਨਾ, ਮਨ ਨੂੰ ਜਿਹੜਾ ਹੈ ਵਿਸ਼ੇਸ਼ ਯੋਗ ਰਾਹੀਂ ਟਿਕਾਉਣਾ। ਆਖਣ ਲੱਗੇ
ਅਸਲ ਵਿੱਚ ਮੇਰਾ ਕੀ ਹੈ? ਕਹਿਣ ਲੱਗੇ ਮੈਂ ਮਨ ਦੀਆਂ ਕਲਪਨਾ ਨੂੰ ਮਾਲਕ ਦੇ ਚਰਨਾਂ ਵਿੱਚ, ਭਾਵ ਕਿ ਮਨ ਨੂੰ ਜੋੜ ਕੇ ਮੈਂ ਛੱਡ ਕੇ ਮਨ ਨੂੰ ਮਾਲਕ ਦੇ ਚਰਨਾਂ ਵਿੱਚ, ਉਹਦੀ ਰਜ਼ਾ, ਉਹਦੇ ਭਾਣੇ ਵਿੱਚ ਜੋੜਦਾ ਹੈ। ਮੇਰੇ ਉੱਤੇ ਆਸਣ ਉੱਤੇ ਬੈਠਣਾ ਇਹੀ ਹੈ। ਮੈਂ ਦੁਨੀਆ ਦੀ ਕਿਰਤਕਾਰ ਜਿਹੜੀ ਹੈ, ਪਰਿਵਾਰਕ ਕਿਰਤਕਾਰ, ਸਮਾਜਿਕ ਕਿਰਤਕਾਰ ਨਹੀਂ ਛੱਡ ਕੇ ਬੈਠਦਾ। ਮੈਂ ਹਮੇਸ਼ਾ ਹੀ ਮਨ ਨੂੰ ਦੁਨੀਆ ਦੇ ਝਗੜੇ ਝਮੇਲੇ ਵਿਕਾਰਾਂ ਤੋਂ ਛੱਡ ਕੇ ਮਾਲਕ ਦੇ ਚਰਨਾਂ ਵਿੱਚ ਜੋੜਦਾ ਹੈ ਅਤੇ ਕਿਰਤ ਕਰਦਿਆਂ ਹੋਇਆਂ ਵੀ ਮੈਂ ਜਿਹੜਾ ਆਸਣ ਉੱਤੇ ਹੀ ਬੈਠਦਾ ਹਾਂ, ਭਾਵ ਸਦਾ ਮਨ ਦੇ ਵਿੱਚ ਟਿਕਾਓ ਰੱਖਦਾ ਹੈ। ਸਿੰਘੀ ਸ਼ਬਦ ਸਦਾ ਧੁਨ ਸੂ ਹੈ, ਅਹਨਿਸ ਪੂਰੈ ਨਾਦੰ। ਨਾਦੰ ਤੋਂ ਭਾਵ ਨਾਦ, ਆਵਾਜ਼। ਆਖਣ ਲੱਗੇ ਹੇ ਜੋਗੀ ਤੂੰ ਸਿੰਘੀ ਵਜਾਉਂਦਾ ਹੈ, ਮੇਰੇ ਅੰਦਰ ਗੁਰੂ ਦਾ ਸ਼ਬਦ ਗੱਜ ਰਿਹਾ ਹੈ। ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸੋ ਰਿਹਾ ਹੈ। ਮੇਰੇ ਵਾਸਤੇ ਇਹੀ ਸਿੰਘੀ ਦੀ ਮਿੱਠੀ ਤੇ ਸੁਹਾਵਣੀ ਸੁਰ ਹੈ। ਇਹੀ ਸਿੰਘਾਂ ਹੈ, ਇਹੀ ਸਿੰਘੀ ਹੈ ਜੋ ਮੇਰੇ ਅੰਦਰ ਹੋ ਰਹੀ ਹੈ। ਅਹਨਿਸ ਪੂਰੈ ਨਾਦੰ। ਦਿਨ ਰਾਤ ਮੇਰਾ ਮਨ ਗੁਰ ਸ਼ਬਦ ਦਾ ਨਾਦ ਵਜਾ ਰਿਹਾ ਹੈ, ਭਾਵ ਕਿ ਗੁਰੂ ਦਾ ਸ਼ਬਦ ਸਦਾ ਹੀ ਮੇਰੇ ਚਿੱਤ ਵਿੱਚ ਰਹਿੰਦਾ ਹੈ। ਗੁਰੂ ਦਾ ਦਿੱਤਾ ਹੋਇਆ ਇੱਕ ਇੱਕ ਬਚਨ, ਇੱਕ ਇੱਕ ਦੱਸਿਆ ਹੋਇਆ ਬੋਲ ਮੇਰੇ ਮਨ ਵਿੱਚ ਰਹਿੰਦਾ ਹੈ। ਇਹ ਸਦਾ ਹੀ ਨਾਦ ਵੱਜ ਰਿਹਾ ਹੈ। ਇਹੀ ਮੇਰੇ ਵਾਸਤੇ ਸਿੰਘੀ ਦਾ ਵਜਾਉਣਾ ਹੈ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵਿਭੂਤੰ। ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਆਖਣ ਲੱਗੇ ਇੱਥੇ ਪੱਪਾ ਤੱਤੇ ਨੂੰ ਔਂਕੜ ਹੈ। ਹੁਣ ਇੱਥੇ ਪੱਤਿਆਂ ਦੀ ਗੱਲ ਤੇ ਨਹੀਂ ਹੋ ਸਕਦੀ। ਹੁਣ ਜੋਗੀ ਆਪਣੇ ਹੱਥ 'ਚ ਇੱਕ ਪੱਤਰ, ਜਿਹਨੂੰ ਖੱਪਰ, ਉਹ ਮੰਗਣ ਆਦਿ ਦੇ ਲਈ ਫੜਦੇ ਹੈ। ਹੁਣ ਕਹਿਣ ਲੱਗੇ ਘਰਾਂ ਦੇ ਵਿੱਚੋਂ ਭਿੱਖਿਆ ਮੰਗਦੇ ਨਾ ਖਾਣ ਦੇ ਲਈ। ਹੁਣ ਕਹਿਣ ਲੱਗੇ ਪੱਤ ਵਿਚਾਰ, ਪੱਤ ਤੋਂ ਭਾਵ ਪਾਤਰ, ਖੱਪਰ ਜਿਹੜਾ ਉਹਨਾਂ ਨੇ ਹੱਥ ਵਿੱਚ ਫੜਿਆ ਹੁੰਦਾ ਹੈ। ਕਿ ਹੇ ਜੋਗੀ ਤੂੰ ਹੱਥ ਵਿੱਚ ਖੱਪਰ ਲੈ ਕੇ ਘਰ ਘਰ ਤੋਂ ਭਿੱਖਿਆ ਮੰਗਦਾ ਹੈ। ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ ਵਿਚਾਰ ਮੰਗਦਾ ਹਾਂ। ਇਹ ਹੈ ਮੇਰਾ ਖੱਪਰ। ਕਹਿੰਦੇ ਮੇਰਾ ਖੱਪਰ ਇਹ ਹੈ ਕਿ ਮੈਂ ਮਾਲਕ ਦੇ ਗੁਣਾਂ ਦੀ ਵਿਚਾਰ ਮੰਗਦਾ ਹੈ। ਤੂੰ ਉਸੇ ਖੱਪਰ ਨਾਲ ਘਰੋਂ ਘਰੋਂ ਜਿਹੜਾ ਹੈ ਉਹ ਭਿੱਖਿਆ ਮੰਗਦਾ ਹੈ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮੱਤ ਮੇਰੇ ਹੱਥ ਵਿੱਚ ਡੰਡਾ ਹੈ। ਜੋ ਕਿ ਇੱਕ ਡੰਡਾ ਹੱਥ 'ਚ ਫੜ ਕੇ ਚੱਲਦੇ, ਕਈ ਵਾਰ ਦੇਖਦੇ ਹਾਂ ਉਹਨਾਂ ਨੇ ਮੋਢੇ 'ਤੇ ਪਾਇਆ ਹੁੰਦਾ ਡੰਡਾ, ਦੋਵੇਂ ਪਾਸੇ ਉਹ ਜਿਹੜੀਆਂ ਨੇ ਉਹ ਜਿਹਨੂੰ ਝੋਲੀਆਂ ਜਿਹੀਆਂ ਵੱਡੀਆਂ ਵੱਡੀਆਂ ਉਹ ਵੀ ਲਟਕਾਈਆਂ ਹੁੰਦੀਆਂ, ਕਈ ਤਰ੍ਹਾਂ ਦੀਆਂ ਦਵਾਈਆਂ ਆਦਿ ਵੀ ਰੱਖੀਆਂ ਆਪਾਂ ਦੇਖਦੇ। ਖੈਰ ਹੁਣ ਹੁੰਦਾ ਕੀ ਹੈ ਕਿ ਉਹ ਡੰਡਾ ਵੀ ਰੱਖਦੇ। ਕਹਿਣ ਲੱਗੇ ਸਤਿਗੁਰੂ ਜੀ ਆਖਣ ਲੱਗੇ ਗਿਆਨ ਮਤ ਡੰਡਾ, ਕਹਿੰਦੇ ਕਿ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮੱਤ ਮੇਰੇ ਹੱਥ ਵਿੱਚ ਡੰਡਾ ਹੈ, ਜੋ ਕਿਸੇ ਵਿਕਾਰ ਨੂੰ ਨੇੜੇ ਟੁਕਣ ਨਹੀਂ ਦਿੰਦਾ। ਕਹਿੰਦੇ ਮੇਰੇ ਕੋਲ ਗਿਆਨ ਹੀ ਡੰਡਾ ਹੈ। ਗਿਆਨ ਹੈ ਜਿਹੜਾ ਗੁਰੂ ਦਾ ਗਿਆਨ, ਗੁਰੂ ਦੀ ਮੱਤ, ਪਰਮਾਤਮਾ ਦਾ ਦਿੱਤਾ ਹੋਇਆ ਇਹ ਰਜ਼ਾ ਭਾਣਾ, ਇਹ ਮੇਰੇ ਕੋਲ ਡੰਡੇ ਵਰਗਾ ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਆਉਣ ਦਿੰਦਾ। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸਵਾ ਹੈ। ਵਰਤਮਾਨ ਜਿਹੜਾ ਵਰਤ ਰਿਹਾ ਹੈ, ਹਰ ਥਾਂ ਮੌਜੂਦ ਹੈ। ਆਖਣ ਲੱਗੇ ਮੇਰੇ ਵਾਸਤੇ ਇਹ ਸਵਾ ਹੈ ਜਿਹੜੀ ਜੋਗੀ ਆਪਣੇ ਪਿੰਡੇ ਤੇ ਮਲ ਕੇ ਰੱਖਦੇ ਹਨ। ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤੰ। ਆਖਣ ਲੱਗੇ ਰਹਿ ਰਾਸ ਭਾਵ ਮਰਿਆਦਾ। ਆਖਣ ਲੱਗੇ ਅਕਾਲ ਪੁਰਖ ਦੀ ਸਿਫਤ ਸਲਾਹ ਮੇਰੇ ਵਾਸਤੇ ਜੋਗ ਦੀ, ਪ੍ਰਭੂ ਨਾਲ ਮਿਲਾਪ ਵਾਲੀ ਰਹਿਰਾਸ ਹੈ, ਮਰਿਆਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ ਰਸਤਾ ਹੈ, ਜੋ ਸਾਨੂੰ ਮਾਇਆ ਤੋਂ ਅਤੀਤ ਰੱਖਦਾ ਹੈ, ਵਿਰਕਤ ਰੱਖਦਾ ਹੈ, ਉਦਾਸ ਰੱਖਦਾ ਹੈ। ਕਹਿਣ ਦਾ ਭਾਵ ਕਿ ਸਤਿਗੁਰੂ ਜੀ ਆਖ ਰਹੇ ਹੈ ਕਿ ਮਾਲਕ ਦੇ ਭਾਣੇ ਵਿੱਚ ਰਹਿਣਾ ਹੀ ਜਿਹੜਾ ਹੈ ਸਾਡੇ ਜੀਵਨ ਦੀ ਮਰਿਆਦਾ ਹੈ, ਅਤੇ ਗੁਰੂ ਦੇ ਸ਼ਬਦ ਵਿੱਚ ਟਿਕੇ ਰਹਿਣਾ, ਗੁਰੂ ਵੱਲ ਮੁੱਖ ਕਰਕੇ ਹਮੇਸ਼ਾ ਜੀਵਨ ਜਿਉਣਾ, ਇਹੀ ਸਾਨੂੰ ਮਾਇਆ ਤੋਂ ਬਚਾ ਕੇ ਰੱਖਦਾ ਹੈ, ਮਾਇਆ ਤੋਂ ਵਿਰਕਤ ਰੱਖਦਾ ਹੈ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ।
ਕਹੋ ਨਾਨਕ ਸੁਨ ਭਰਥੁਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਹੁਣ ਇੱਥੇ ਆਖਦੇ ਹਨ ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕ। ਨਾਨਾ ਦਾ ਕੀ ਅਰਥ ਹੈ ਜੀ ਇੱਥੇ? ਹਾਂਜੀ, ਕਈ ਤਰ੍ਹਾਂ ਦਾ। ਕਿਤੇ ਇੱਥੇ ਨਾਨੀ ਦੀ ਗੱਲ ਤਾਂ ਨਹੀਂ ਕਰ ਰਹੇ ਕਿ ਜੋਗੀ ਦਾ ਕੋਈ ਨਾਨਾ ਹੋਏ? ਹਾਂਜੀ, ਹਾਂ, ਨਾਨਾ ਵਰਨ ਭਾਵ ਨਾਨਾ ਬਹੁਤ ਜ਼ਿਆਦਾ, ਬੇਅੰਤ, ਕਈ ਕਿਸਮਾਂ ਦੇ, ਕਈ ਤਰ੍ਹਾਂ ਦੀ। ਸਗਲੀ ਜੋਤ ਹਮਾਰੀ ਸਮਿਆ, ਸਮਿਆ ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਂਹ ਟਿਕਾ ਕੇ ਜੋਗੀ ਸਮਾਧੀ ਵਿੱਚ ਬੈਠਦਾ। ਉਹ ਦੇਖਦੇ ਆ ਨਾ, ਇਸ ਤਰ੍ਹਾਂ ਕਰਕੇ ਸਾਈਡ 'ਤੇ ਹੁੰਦੀ ਹੈ ਨਾ, ਉਹ ਰੱਖੀ ਹੁੰਦੀ ਅਤੇ ਉਹਦੇ ਬਾਂਹ ਟਿਕਾਈ ਹੁੰਦੀ ਹੈ। ਇਸ ਤਰ੍ਹਾਂ ਕਈਆਂ ਨੇ ਹੱਥ 'ਚੋਂ ਫੜੀ ਹੁੰਦੀ ਹੈ, ਕਿਸੇ ਦਾ ਹੱਥ ਐਂ ਦਿਖਾਇਆ ਹੁੰਦਾ ਹੈ। ਈਵਨ ਕਿ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਵਿੱਚ ਵੀ ਬੜਿਆ ਕੁਛ ਦਿਖਾਤਾ ਐਂ ਕਰਕੇ ਕਿ ਬਸ ਹੱਥ 'ਚੋਂ ਹੀ ਸ਼ਕਤੀ ਨਿਕਲਦੀ, ਬਸ ਐਂ ਹੀ ਹੋ ਜਾਂਦਾ ਸਾਰਾ ਕੁਝ। ਕਹਿਣ ਦਾ ਭਾਵ ਕੀ ਹੈ? ਉਹ ਇੱਕ ਟਿਕ ਟਿਕੀ ਹੁੰਦੀ ਨੂੰ ਸਮਿਆ ਆਖਿਆ ਜਾਂਦਾ ਹੈ। ਕਹਿਣ ਲੱਗੇ ਸਭ ਜੀਵਾਂ ਵਿੱਚ ਨਾਨਾ ਵਰਨ ਅਨੇਕੰ, ਕਹਿੰਦੇ ਅਨੇਕਾਂ ਰੰਗਾਂ ਰੂਪਾਂ ਵਿੱਚ ਪ੍ਰਭੂ ਦੀ ਜੋਤ ਨੂੰ ਵੇਖਣਾ, ਇਹ ਹੈ ਸਾਡੀ ਬੈਰਾਗਣ, ਇਹ ਹੈ ਸਾਡੀ ਟਿਕਟਿਕੀ, ਇਹ ਹੈ ਜਿਹੜਾ ਹੈ ਉਹ ਜਿਹੜੀ ਉਹ ਸਮਿਆ। ਕਹੋ ਨਾਨਕ ਸੁਨ ਭਰਥੁਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਕਿ ਹੇ ਭਰਤ, ਹੇ ਨਾਨਕ ਆਖ, ਹੇ ਭਰਥੁਰ ਜੋਗੀ ਸੁਣ, ਜੋ ਸਾਨੂੰ ਪ੍ਰਭੂ ਚਰਨਾਂ ਵਿੱਚ ਜੋੜਨ ਲਈ ਸਹਾਰਾ ਦਿੰਦੀ ਹੈ। ਕਿ ਤੁਸੀਂ ਬਾਂਹ ਰੱਖਣ ਵਾਸਤੇ ਸਹਾਰਾ ਲੈਂਦੇ ਹੋ, ਪਰ ਮਾਲਕ ਨੂੰ ਸਭ ਰੰਗਾਂ ਰੂਪਾਂ ਵਿੱਚ ਵੇਖਣਾ ਸਾਨੂੰ, ਇਹ ਜਿਹੜਾ ਹੈ ਸਾਡੇ ਲਈ ਸਮਿਆ, ਇਹ ਹੈ ਸਾਡੇ ਲਈ ਬੈਰਾਗਣ, ਇਹ ਹੈ ਜਿਹੜੀ ਮਾਲਕ ਵਿੱਚ ਜੋੜਨ ਲਈ ਸਾਨੂੰ ਸਹਾਰਾ ਦਿੰਦੀ। ਹੁਣ ਇੱਥੇ ਸ਼ਬਦ ਜਿਹੜਾ ਹੈ ਭਰਥੁਰ ਜੋਗੀ ਵਰਤਿਆ ਗਿਆ। ਹੁਣ ਭਰਥੁਰ ਜੋਗੀ ਹੈ ਜੋਗ ਮਤ ਦੇ ਵਿੱਚ ਬਹੁਤ ਜਿਹੜਾ ਹੈ ਪ੍ਰਸਿੱਧ ਹੋਇਆ, ਪਰ ਹੁਣ ਜਿਹੜਾ ਭਰਥੁਰ ਜੋਗੀ ਹੈ ਜਦੋਂ ਅਸੀਂ ਦੇਖਦੇ ਹਾਂ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੋ ਚੁੱਕੇ ਹੈ, ਪਹਿਲਾਂ ਹੋ ਚੁੱਕੇ ਸੀ। ਕਿਉਂਕਿ ਕਈ ਵਾਰ ਆਪਣੇ ਰਹਿਬਰਾਂ ਦੇ ਨਾਂ 'ਤੇ ਜਾਂ ਆਪਣੇ ਪੁਰਖਿਆਂ ਦੇ ਨਾਂ 'ਤੇ ਦੁਬਾਰਾ ਫਿਰ ਬਹੁਤ ਸਾਰੇ ਲੋਕ ਆਦਿ ਜਿਹੜੇ ਉਹ ਨਾਂ ਰੱਖ ਲੈਂਦੇ ਹੈ। ਇਸ ਕਰਕੇ ਹੋ ਸਕਦਾ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਹੈ ਜਦੋਂ ਇਹ ਉਹਨਾਂ ਨਾਲ ਮਿਲਾਪ ਹੋਇਆ, ਗੱਲਬਾਤ ਹੋਈ ਹੈ, ਕਿ ਉਹਦੇ ਨਾਮ ਦਾ ਕੋਈ ਹੋਰ ਜੋਗੀ ਜਿਹੜਾ ਹੈ ਉਹ ਹੋਵੇ। ਆਸਾ ਮਹਿਲਾ ਪਹਿਲਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਪਾਠੀ ਭਵਨ ਪ੍ਰੇਮ ਕਾ ਪੂਚਾ, ਇਤ ਰਸ ਅਮਿਓ ਚੁਆਈਐ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਹੁਣ ਜੋ ਸ਼ਰਾਬ ਕੱਢਣ ਦਾ ਤਰੀਕਾ ਹੁੰਦਾ ਹੈ, ਭੱਠੀ ਲਗਾਈ ਜਾਂਦੀ ਹੈ, ਲਗਭਗ ਬਹੁਤਿਆਂ ਜਿਹਨਾਂ ਨੂੰ ਤਾਂ ਪਤਾ ਹੀ ਹੋਣਾ, ਬਹੁਤੇ ਪੁਰਾਣੇ ਬੰਦੇ ਬੈਠੇ ਹੈ, ਕਿ ਕੁਝ ਕੁ ਲੋਕਾਂ ਨੇ ਜ਼ਰੂਰ ਇਹ ਵੇਖਿਆ ਹੋਏਗਾ, ਕੁਝ ਕੁ ਲੋਕ ਪੀਣ ਵਾਲੇ ਆਦਿ ਵਾਲੇ ਵੀ ਸਨ। ਪਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਉਹ ਦ੍ਰਿਸ਼ਟਾਂਤ ਉਹ ਪੇਸ਼ ਕਰ ਰਹੇ ਹੈ, ਪਰ ਜਿਹੜਾ ਹੈ ਸਿਧਾਂਤ ਆਪਣਾ ਪੇਸ਼ ਕਰ ਰਹੇ ਹੈ ਕਿ ਅਸਲ ਅੰਮ੍ਰਿਤ ਤੁਸੀਂ ਕਿਵੇਂ ਆਪਣੇ ਜੀਵਨ ਵਿੱਚ ਅਸਲ ਆਨੰਦ ਕਿਵੇਂ ਲੈਣਾ। ਹੁਣ ਕਹਿਣ ਲੱਗੇ ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਗਿਆਨ ਭਾਵ ਅਕਾਲ ਪੁਰਖ ਨਾਲ ਸਾਂਝ ਪਾਉਣੀ, ਧਿਆਨ ਮਾਲਕ ਵਿੱਚ ਧਿਆਨ ਜੋੜ ਕੇ ਰੱਖਣਾ, ਅਤੇ ਧਾਵੈ, ਧਾਵੈ ਭਾਵ ਜਿਹੜੇ ਉਹ ਮਹੂਏ ਦੇ ਫੁੱਲ ਹੁੰਦੇ ਹੈ ਉਹ ਪਾਏ ਜਾਂਦੇ ਨੇ, ਕਈ ਕੁਛ ਜਿਹੜਾ ਉਹ ਸ਼ਰਾਬ ਕੱਢਣ ਦੇ ਲਈ ਵਰਤਿਆ ਜਾਂਦਾ ਹੈ। ਕਰਨੀ ਉੱਚਾ ਆਚਰਣ, ਕਸ ਭਾਵ ਕਿੱਕਰ ਦੇ ਸੱਕ, ਇਹ ਬੜਾ ਕੁਝ ਜਿਹੜਾ ਹੈ ਉਹ ਉਹਦੇ ਵਿੱਚ ਪਾਇਆ ਜਾਂਦਾ ਹੈ ਕਿ ਚੰਗੀ ਸ਼ਰਾਬ ਬਣ ਜਾਏ। ਹੁਣ ਸਤਿਗੁਰੂ ਜੀ ਆਖਣ ਲੱਗੇ ਕਿ ਇਹ ਜੋਗੀ ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਕਿ ਗੁੜ ਬੜਾ ਜ਼ਰੂਰੀ ਹੁੰਦਾ ਹੈ ਨਾ ਸ਼ਰਾਬ ਕੱਢਣ ਦੇ ਲਈ। ਕਹਿਣ ਲੱਗੇ ਮਾਲਕ ਨਾਲ ਸਾਂਝ ਨੂੰ, ਕਿਉਂਕਿ ਜੋਗੀ ਬਹੁਤ ਇਹ ਪੀਂਦੇ ਸਨ, ਅਤੇ ਸਾਰੇ ਨਹੀਂ ਪਰ ਬਹੁਤੇ ਜੋਗੀ ਪੀਂਦੇ ਸੀ ਕਿ ਸਾਡੀ ਲਿਵ ਉਹਦੇ ਨਾਲ ਮਾਲਕ ਨਾਲ ਲੱਗੀ ਰਹੇ। ਹੁਣ ਇਸੇ ਕਰਕੇ ਕਹਿ ਰਹੇ ਕਿ ਹੇ ਜੋਗੀ ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਅਤੇ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਬਣਾ। ਮਹੂਏ ਦੇ ਭਾਵ ਕਿ ਉਹ ਬੜਾ
ਜਿਹੜਾ ਹੈ ਉਹ ਤਾਕਤਵਰ ਹੁੰਦਾ ਸੀ, ਉਹ ਫੁੱਲ ਪਾਏ ਜਾਂਦੇ ਸੀ ਤਾਂ ਕਿ ਇਹਦੇ ਵਿੱਚ ਨਸ਼ਾ ਜਿਹੜਾ ਹੈ ਉਹ ਵੱਧ ਆ ਸਕੇ। ਉੱਚੇ ਆਚਰਣ ਨੂੰ ਕਿੱਕਰਾਂ ਦੇ ਸੱਕ ਬਣਾ ਕੇ ਇਹਦੇ ਵਿੱਚ ਰਲਾ, ਕਿ ਸਾਰਾ ਕੁਛ ਕਿ ਕਿੱਕਰਾਂ ਦੇ ਸੱਕ ਪਾਏ ਜਾਂਦੇ ਸੀ ਉਹਨੂੰ ਕੱਢਣ ਵਾਸਤੇ, ਹੋਰ ਜਿਹੜਾ ਹੈ ਉਹਦੇ ਵਿੱਚ ਟੇਸਟ ਬਣਾਉਣ ਦੇ ਲਈ। ਤੇ ਆਖਣ ਲੱਗੇ ਕਿ ਆਪਣੇ ਉੱਚੇ ਆਚਰਣ ਨੂੰ ਜਿਹੜਾ ਹੈ ਉਹ ਸੱਕਾਂ ਦਾ ਰੂਪ ਬਣਾ ਤੇ ਇਹਨੂੰ ਸਾਰੇ ਨੂੰ ਰਲਾ। ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਐ। ਕਹਿਣ ਲੱਗੇ ਭਵਨ ਜਿਹੜਾ ਹੈ ਇਹ ਸਰੀਰ, ਭਾਠੀ ਭਾਵ ਸ਼ਰਾਬ ਕੱਢਣ ਵਾਲੀ ਭੱਠੀ, ਜਿਹਦੇ ਉੱਤੇ ਮਤਲਬ ਕਿ ਉਹ ਲਾਂਦਾ ਵਾਲਾ ਭਾਂਡਾ ਜਿਹੜਾ ਹੈ, ਭਾਂਡੇ ਦੇ ਉੱਪਰ ਅਤੇ ਹੇਠਾਂ ਅੱਗ, ਇਹ ਸਾਰੇ ਸਮੂਹ ਜਿਹੜਾ ਹੁੰਦਾ ਹੈ ਕਿ ਭੱਠੀ ਬਣਾ ਦੇਣੀ, ਥੱਲੇ ਲਾਣ ਪਾਈ, ਉੱਤੇ ਖਾਸ ਤਰ੍ਹਾਂ ਦਾ ਜਿਹੜਾ ਰੱਖਿਆ ਜਾਂਦਾ ਹੈ ਉਹ ਭਾਂਡਾ, ਉਹਦੇ ਉੱਤੇ ਫਿਰ ਪਾਣੀ ਆਦਿ ਰੱਖਿਆ ਜਾਂਦਾ, ਪੂਰੀ ਭੱਠੀ। ਪੋਚਾ ਕਹਿੰਦੇ ਠੰਡੇ ਪਾਣੀ ਦਾ ਪੋਚਾ ਉਸ ਨਾਲੀ ਉੱਤੇ ਜਿਸ ਵਿੱਚੋਂ ਅਰਕ ਤੇ ਭਾਫ ਨਿਕਲਦੀ ਹੈ, ਉਹ ਲਾਈ ਜਾਂਦੀ ਹੈ ਨਾ, ਕਿ ਇਹ ਜ਼ਿਆਦਾ ਗਰਮ ਵੀ ਨਾ ਹੋਵੇ, ਥੱਲੇ ਨਾਲੀ ਪਿਘਲ ਨਾ ਜਾਏ, ਇਸ ਕਰਕੇ ਉਹ ਲਾਇਆ ਜਾਂਦਾ ਹੈ ਤਾਂ ਕਿ ਠੰਡੀ ਹੋ ਕੇ ਜਿਹੜੀ ਸ਼ਰਾਬ ਹੈ ਉਹ ਬੋਤਲ ਆਦਿ ਦੇ ਵਿੱਚ ਥੱਲੇ ਪਿਆਲੇ ਦੇ ਵਿੱਚ ਪਵੇ ਤਾਂ। ਅਤੇ ਹੁਣ ਸਤਿਗੁਰੂ ਜੀ ਆਖਣ ਲੱਗੇ ਉੱਪਰ ਜਿਹੜਾ ਰੱਖਿਆ ਹੁੰਦਾ ਨਾ, ਕਈ ਭਾਂਡਾ ਹੁੰਦਾ ਇੱਕ ਉੱਤੇ ਰੱਖਿਆ ਜਿਹਦੇ 'ਚ ਠੰਡਾ ਪਾਣੀ ਪਾਇਆ ਹੁੰਦਾ, ਕਿ ਥੱਲੋਂ ਜਦੋਂ ਉਬਲ ਕੇ ਭਾਫ ਬਣ ਕੇ ਤਾਂ ਚੜੇ ਤੇ ਉਹ ਸਾਰੀ ਜਿਹੜੀ ਭਾਫ ਹੈ ਪਾਣੀ ਦੇ ਰੂਪ 'ਚ ਬਦਲ ਕੇ ਪੈਪ 'ਚ ਪੈਂਦੀ ਜਾਏ। ਖੈਰ ਕਹਿੰਦੇ ਮੋਹ ਨੂੰ ਸਾੜ ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਕਿ ਤੇਰੇ ਵਾਸਤੇ ਭੱਠੀ ਇਹ ਹੋਵੇ ਕਿ ਤੂੰ ਆਪਣੇ ਮੋਹ ਨੂੰ ਸਾੜਨਾ ਹੈ। ਮੋਹ ਨੂੰ ਸਾੜ, ਮਾਲਕ ਦੇ ਚਰਨਾਂ ਵਿੱਚ ਪਿਆਰ ਜੋੜ, ਇਹ ਉਹ ਠੰਡਾ ਪੋਚਾ ਹੈ ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ। ਕਹਿਣ ਲੱਗੇ ਕਿ ਇਹ ਉਹ ਅਸਲ ਪੋਚਾ ਹੈ। ਇਹ ਸਾਰੇ ਮਿਲਵੇਂ ਰਸ ਵਿੱਚੋਂ ਅਟਲ ਆਤਮਿਕ ਜੀਵਨ ਦਾਤਾ ਅੰਮ੍ਰਿਤ ਨਿਕਲੇਗਾ। ਉੱਥੇ ਹੁਣ ਉਸ ਤਰੀਕੇ ਦੇ ਨਾਲ ਜਿਹੜੀ ਹੈ ਰਸ ਨਿਕਲ ਰਿਹਾ, ਉਹ ਇੱਕ ਕੀ ਹੈ, ਨਸ਼ਾ ਬਣ ਰਿਹਾ ਹੈ, ਤੇ ਉਹ ਵੀ ਉਹਦਾ ਤੱਤ ਹੀ ਨਿਕਲ ਰਿਹਾ ਸਾਰੇ ਦਾ, ਸਾਰੇ ਦੇ ਵਿੱਚੋਂ ਜਿਹੜਾ ਹੈ ਬਹੁਤ ਥੋੜ੍ਹੀ ਜਿਹੀ ਨਿਕਲਣੀ। ਤੇ ਇਸੇ ਕਾਰਨ ਕਹਿੰਦੇ ਕਿ ਇਹ ਜੋ ਜੀਵਨ ਸਤਿਗੁਰੂ ਜੀ ਆਖਰੇ ਕਹਿੰਦੇ ਇਹਦੇ ਵਿੱਚੋਂ ਜਿਹੜਾ ਜੀਵਨ ਪ੍ਰਗਟ ਹੋਏਗਾ ਨਾ, ਆਨੰਦ ਪ੍ਰਗਟ ਹੋਏਗਾ, ਇਹ ਅਸਲ ਜਿਹੜਾ ਹੈ ਜੀਵਨ ਹੈ, ਆਨੰਦ ਹੈ, ਸੁੱਖ ਹੋਏਗਾ। ਬਾਬਾ ਮਨ ਮਤਵਾਰੂ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਅਹਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਉ। ਬਾਬਾ ਹੇ ਜੋਗੀ ਮਤਵਾਰੋ, ਮਸਤ ਹੋ ਜਾਣਾ, ਮਸਤੇ ਮੱਤੇ ਜਾਣਾ। ਕਹਿਣ ਲੱਗੇ ਹੇ ਜੋਗੀ ਤੁਸੀਂ ਸੁਰਤ ਨੂੰ ਟਿਕਾਉਣ ਲਈ ਸ਼ਰਾਬ ਪੀਂਦੇ ਹੋ, ਪਰ ਕੁਝ ਸਮੇਂ ਬਾਅਦ ਇਹ ਨਸ਼ਾ ਉਤਰ ਜਾਂਦਾ ਹੈ ਤੇ ਸੁਰਤ ਮੁੜ ਫਿਰ ਕੀ ਹੈ, ਉਖੜ ਜਾਂਦੀ ਹੈ। ਅਸਲ ਮਸਤਾਨਾ ਉਹ ਮਨ ਹੈ ਜੋ ਪ੍ਰਮਾਤਮਾ ਦੇ ਸਿਮਰਨ ਦਾ, ਮਾਲਕ ਦੀ ਯਾਦ ਦਾ ਰਸ ਪੀਂਦਾ ਹੈ, ਮਾਲਕ ਦੇ ਨਾਮ ਦਾ ਅੰਮ੍ਰਿਤ ਪੀਂਦਾ, ਉਹ ਅਸਲ ਮਸਤਾਨਾ, ਉਹ ਮਸਤ ਮਨ ਹੈ। ਸ਼ਰਾਬ ਤੇ ਬਹੁਤ ਥਾਵਾਂ ਤੇ ਭੰਗ ਦੀ ਗੱਲ ਵੀ ਆਉਂਦੀ ਕਿ ਇਹ ਪੀ ਕੇ ਤੇ ਕੁਝ ਸਮੇਂ ਬਾਅਦ ਨਸ਼ਾ ਲੈ ਹੀ ਜਾਂਦਾ ਹੈ ਨਾ, ਲੈ ਜਾਏਗਾ, ਇੱਕ ਦਿਨ ਰਹਿ ਜਾਏਗਾ, 2 ਦਿਨ ਰਹਿ ਜਾਏਗਾ, ਪਰ ਲੈ ਕੇ ਫਿਰ ਤੁਸੀਂ ਆਖਦੇ ਹੋ ਸੁਰਤ ਟੁੱਟ ਗਈ। ਪਰ ਆਖਣ ਲੱਗੇ ਕਿ ਮਾਲਕ ਦੇ ਨਾਮ ਦਾ ਰਸ ਪੀਤਾ ਜਾਏ, ਇਹ ਕਦੇ ਲੈਂਦਾ ਨਹੀਂ ਹੈ, ਸਦਾ ਚੜਿਆ ਰਹਿੰਦਾ ਹੈ। ਅਤੇ ਸਿਮਰਨ ਦਾ ਆਨੰਦ ਜਿਹੜਾ ਹੈ ਮਾਣਦਾ ਹੈ, ਜੋ ਸਿਮਰਨ ਦੀ ਬਰਕਤ ਨਾਲ ਅਡੋਲਤਾ ਦੇ ਹੁਦਾਰਿਆਂ ਵਿੱਚ ਜਿਹੜਾ ਹੁਲਾਰਿਆਂ ਵਿੱਚ ਟਿਕਿਆ ਰਹਿੰਦਾ ਹੈ। ਭਾਵ ਕਿ ਮਨੁੱਖ ਫਿਰ ਸਦਾ ਅਡੋਲ ਰਹਿੰਦਾ ਹੈ, ਵਿਕਾਰਾਂ ਵਿੱਚ, ਮਾੜੇ ਕਰਮਾਂ ਵਿੱਚ ਡੋਲਦਾ ਨਹੀਂ। ਅਹਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਆਖਣ ਲੱਗੇ ਜਿਸ ਨੂੰ ਪ੍ਰਭੂ ਚਰਨਾਂ ਦੀ ਪ੍ਰੇਮ ਦੀ ਇਤਨੀ ਲਿਵ ਲੱਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇੱਕ ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹਦੇ ਅੰਦਰ ਸਦਾ ਹੀ ਇਹ ਸੁਰਤ ਜੁੜੀ ਰਹਿੰਦੀ ਹੈ। ਉਹ ਕਦੇ ਵੀ ਜਿਹੜਾ ਹੈ ਦੁਨਿਆਵੀ ਦੁੱਖ ਸੁੱਖ ਦੇ ਵਿੱਚ ਡੋਲਦਾ ਨਹੀਂ, ਵਿਕਾਰਾਂ ਮਾਇਆ ਦੇ ਵਿੱਚ ਡੋਲਦਾ ਨਹੀਂ, ਸਦਾ ਜਿਹੜਾ ਹੈ ਉਹਦਾ ਚਿੱਤ ਮਨ ਟਿਕਿਆ ਰਹਿੰਦਾ ਹੈ। ਰਹਾਉ ਪੂਰਾ ਸਾਚ ਪਿਆਲਾ, ਸਹਜੇ ਤਿਸਹਿ ਪੀਆਏ, ਜਾ ਕੋ ਨਦਰ ਕਰੇ।
ਇਹ ਪਿਆਏ ਹੈ, ਇਹਨੂੰ ਪਿਆਏ ਨਹੀਂ ਪੜਨਾ। ਠੀਕ ਹੈ ਜੀ, ਬਿਹਾਰੀ ਹੈ। ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਛੂਛੈ ਭਾਉ ਤਰੇ। ਆਖਣ ਲੱਗੇ ਪੂਰਾ ਸਾਚ ਪਿਆਲਾ, ਕਿ ਹੇ ਜੋਗੀ ਇਹ ਉਹ ਪਿਆਲਾ ਹੈ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ। ਭਾਵ ਮਾਲਕ ਦਾ ਨਾਮ ਰੂਪ ਪਿਆਲਾ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿੱਚ ਰੱਖ ਕੇ ਉਸ ਮਨੁੱਖ ਨੂੰ ਇਹ ਪਿਆਲਾ ਜਿਹੜਾ ਹੈ ਨਾਮ ਰਸ ਦਾ ਪਿਆਉਂਦਾ ਹੈ। ਜਿਸ ਉੱਤੇ ਜਾਕੋ ਨਦਰ ਕਰੇ, ਜਿਸ ਦੇ ਉੱਤੇ ਉਹ ਆਪ ਮਿਹਰ ਦੀ ਨਜ਼ਰ ਬਖਸ਼ਿਸ਼ ਕਰਦਾ ਹੈ। ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਛੂਛੈ ਭਾਉ ਤਰੈ। ਛੂਛੈ ਭਾਵ ਫੋਕਾ, ਕਿ ਫੋਕੇ ਵਿੱਚ। ਕਹਿਣ ਲੱਗੇ ਮਦ ਤੋਂ ਭਾਵ ਸ਼ਰਾਬ ਵਿੱਚ, ਕਿ ਜਿਹੜਾ ਮਨੁੱਖ ਅਟਲ ਆਤਮਿਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ, ਜਿਹੜਾ ਮਾਲਕ ਦੇ ਭਾਣੇ ਗੁਰੂ ਦੇ ਸ਼ਬਦ ਨੂੰ ਆਪਣਾ ਜੀਵਨ ਬਣਾ ਲਏ, ਉਹ ਤੁਹਾਡੇ ਵਾਲੇ ਇਸ ਹੋਸ਼ੇ ਸ਼ਰਾਬ ਦੇ ਨਾਲ ਪਿਆਰ ਨਹੀਂ ਕਰਦਾ। ਕਹਿੰਦੇ ਉਹ ਫਿਰ ਦੁਨਿਆਵੀ ਜਿਹੜੇ ਨਸ਼ੇ ਆ ਇਹਨਾਂ ਰਾਹੀਂ ਸੁਰਤ ਜੋੜਨ ਦਾ ਆਨੰਦ ਲੈਣ ਦਾ ਯਤਨ ਨਹੀਂ ਕਰਦਾ, ਇਹਦੇ ਨਾਲ ਪਿਆਰ ਨਹੀਂ ਕਰਦਾ। ਜਿਹੜਾ ਮਾਲਕ ਦੇ ਨਾਮ ਵਿੱਚੋਂ ਜਿਹੜਾ ਹੈ ਆਨੰਦ ਲੈਣ ਵਾਲਾ ਇੱਕ ਵਪਾਰੀ ਬਣ ਜਾਂਦਾ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠੈ ਕਰੈ ਕਿਆ। ਗੁਰ ਕੀ ਸਾਖੀ, ਗੁਰੂ ਦੀ ਸਾਖੀ ਭਾਵ ਸਿੱਖਿਆ ਉਪਦੇਸ਼। ਕਹਿਣ ਲੱਗੇ ਜਿਸ ਮਨੁੱਖ ਨੇ ਅਟਲ ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ ਭਰੀ ਬਾਣੀ ਦਾ ਰਸ ਪੀਤਾ ਹੈ, ਗੁਰੂ ਦੇ ਉਪਦੇਸ਼ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਪਿਆ। ਪੀਵਤ ਹੀ ਪ੍ਰਵਾਨ ਪਿਆ, ਉਹ ਮਾਲਕ ਦਾ ਨਾਮ ਰਸ ਪੀਂਦਿਆਂ ਹੀ ਪ੍ਰਵਾਨ ਹੋ ਗਿਆ, ਕਬੂਲ ਹੋ ਗਿਆ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠੈ ਕਰੈ ਕਿਆ। ਕਹਿੰਦੇ ਉਹ ਪ੍ਰਮਾਤਮਾ ਦੇ ਦਰ ਦਾ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ। ਉਸ ਨੂੰ ਨਾ ਮੁਕਤੀ ਦੀ ਲੋੜ ਰਹਿੰਦੀ ਹੈ ਤੇ ਨਾ ਕਿਸੇ ਸਵਰਗ ਬੈਕੁੰਠ ਦੀ ਜ਼ਰੂਰਤ ਰਹਿੰਦੀ। ਜਿਹੜਾ ਮਾਲਕ ਦਾ ਹੋ ਜਾਂਦਾ ਹੈ, ਜਿਹੜਾ ਮਾਲਕ ਦਾ ਪ੍ਰੇਮੀ ਬਣ ਜਾਂਦਾ ਹੈ, ਉਹਨੂੰ ਕੋਈ ਲਾਲਚ ਨਹੀਂ ਰਹਿੰਦਾ ਕਿ ਮੈਂ ਮੁਕਤ ਹੋਵਾਂ, ਉਹਨੂੰ ਕੋਈ ਲਾਲਚ ਨਹੀਂ ਰਹਿੰਦਾ ਕਿ ਮੈਨੂੰ ਸਵਰਗ ਬੈਕੁੰਠ ਮਿਲੇ, ਕਿਉਂਕਿ ਮਾਲਕ ਨਾਲ ਜੁੜ ਗਿਆ। ਉਹਨੂੰ ਸਭ ਜਿਹੜਾ ਹੈ ਪਦਾਰਥਾਂ ਤੋਂ ਉਹਦੀ ਇੱਛਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮ ਨ ਹਾਰੈ। ਕਹੋ ਨਾਨਕ ਸੁਨ ਭਰਥ ਜੋਗੀ, ਖੀਵਾ ਅੰਮ੍ਰਿਤ ਧਾਰੈ। ਸਰਦਾਰ ਮੁਕੰਦ ਸਿੰਘ ਜੀ, ਖੀਵਾ ਦਾ ਕੀ ਅਰਥ ਹੈ? ਖੀਵਾ ਹਾਂਜੀ, ਅੱਛਾ ਜੀ। ਸਰਦਾਰ ਕਿਰਪਾਲ ਸਿੰਘ ਜੀ, ਖੀਵਾ ਨਹੀਂ, ਹੋਰ ਨਾ ਕੋਈ ਦੱਸੇ। ਹਾਂਜੀ, ਖੀਵਾ ਮਸਤ ਹੋਣਾ, ਠੀਕ ਹੈ, ਠੀਕ ਹੈ। ਹਾਂ, ਖੁਸ਼ੀ 'ਚ ਖੀਵਾ ਹੋਇਆ ਫਿਰਦਾ ਹੈ, ਭਾਵ ਮਸਤ ਹੋਇਆ ਫਿਰਦਾ ਹੈ। ਖੀਵਾ ਹੋਣਾ, ਮਸਤ ਹੋਣਾ, ਠੀਕ ਹੈ, ਬਿਲਕੁਲ ਅਰਥ। ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮ ਨ ਹਾਰੈ। ਕਹਿੰਦੇ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗਿਆ ਗਿਆ ਹੈ, ਉਹ ਸਦਾ ਮਾਇਆ ਦੇ ਮੋਹ ਤੋਂ ਫਿਰ ਕੀ ਹੈ, ਬੈਰਾਗ ਰਹਿੰਦਾ ਹੈ, ਪਰਾਂ ਹੀ ਰਹਿੰਦਾ ਹੈ, ਦੂਰ ਹੀ ਰਹਿੰਦਾ ਹੈ। ਉਹ ਆਤਮਿਕ ਮਨੁੱਖਾ ਜੀਵਨ ਜੂਏ ਵਿੱਚ ਫਿਰ ਨਹੀਂ ਗਵਾਉਂਦਾ, ਕਿ ਆਪਣਾ ਜਿਹੜਾ ਆਤਮਿਕ ਜੀਵਨ ਹੈ ਨਾ, ਉਹ ਮਾਇਆ ਭਰੇ ਵਿਕਾਰਾਂ ਦੀ ਜੂਏ ਵਿੱਚ ਨਹੀਂ ਗਵਾਉਂਦਾ ਹੈ। ਕਹੋ ਨਾਨਕ ਸੁਨ ਭਰਥ ਜੋਗੀ, ਖੀਵਾ ਅੰਮ੍ਰਿਤ
ਧਾਰੈ ਕਹਿਣ ਲੱਗੇ, ਹੇ ਨਾਨਕ ਆਖ ਹੇ ਭਰਤਰ ਜੋਗੀ, ਉਹ ਤਾਂ ਅਟਲ ਆਤਮਿਕ ਜੀਵਨ ਦਾਤੇ ਆਨੰਦ ਵਿੱਚ ਖੀਵਾ ਹੀ ਰਹਿੰਦਾ ਹੈ, ਮਸਤ ਹੀ ਰਹਿੰਦਾ ਹੈ, ਜੁੜਿਆ ਹੀ ਰਹਿੰਦਾ ਹੈ। ਰਹਿਮਤ ਕਰਨ ਸਤਿਗੁਰੂ ਪਾਤਸ਼ਾਹ ਜੀ। 38 ਸ਼ਬਦਾਂ ਦੀ ਵਿਚਾਰ ਸੰਪੂਰਨ ਹੋਈ ਹੈ। ਅਗਲੇ ਦੀਵਾਨਾਂ ਵਿੱਚ ਅਗਲੀਆਂ ਵਿਚਾਰਾਂ ਦੇ ਨਾਲ ਸਾਂਝ ਕਰਾਂਗੇ। ਅੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਹੜਾ ਹੈ ਉਹ ਇਤਿਹਾਸਕ ਸ਼ਬਦ ਦੇ ਨਾਲ ਜਿਹੜੀ ਹੈ ਉਹ ਸਾਂਝ ਬਖਸ਼ਿਸ਼ ਕਰਨਗੇ। ਅਗਲੇ ਦੀਵਾਨਾਂ ਵਿੱਚ ਆਪਾਂ ਇਸ ਦੀ ਸਾਂਝ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।